ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਲਲਿਤਾ ਜਾਮਵਾਲ। ਕੇਂਦਰ ਸਰਕਾਰ ਦੀ ਹਿਦਾਇਤਾਂ ਤੇ ਪੰਜਾਬ ਦੇ ਵਿੱਚ ਵੀ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੇ ਜਿਹੜੀ ਪੂਰਨ ਤੌਰ ਤੇ ਪਾਬੰਦੀ ਹੈ ਜਿਹੜੀ ਲਾ ਦਿੱਤੀ ਗਈ ਹੈ ਤੇ ਇਸ ਦੀ ਵਰਤੋਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ। ਅਸੀਂ ਅੱਜ ਚੰਡੀਗੜ੍ਹ ਦੀ ਸੈਕਟਰ 26 ਦੀ ਸਬਜ਼ੀ ਮੰਡੀ ਦੇ ਵਿੱਚ ਖੜੇ ਹਾਂ। ਅਸੀਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਨੇ ਤੇ ਅੱਜ ਤੋਂ ਜਿਹੜਾ ਸਿੰਗਲ ਯੂਜ਼ ਪਲਾਸਟਿਕ ਤੇ ਪੂਰਨ ਤੌਰ ਤੇ ਜਿਹੜਾ ਬੈਨ ਲੱਗ ਚੁੱਕਿਆ ਹੈ। ਤੁਹਾਨੂੰ ਦੱਸ ਦਈਏ ਇਸ ਦੇ ਵਿੱਚ ਪਲਾਸਟਿਕ ਸਟਿਕਸ ਹੈ, ਕਟਲਰੀ ਆਈਟਮਾਂ, ਸਜਾਵਟ ਲਈ ਪੋਲੀਸਟਰੀਨ ਪੈਕੇਜਿੰਗ, ਰੈਪਿੰਗ ਫਿਲਮਾਂ, 100 ਮਾਈਕਰੋਨ ਤੋਂ ਘੱਟ PVC ਬੈਨਰ ਤੇ ਅਜਿਹੀਆਂ अन्य ਜਿਹੜੀ ਹੋਰ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਜਿਹੜੀਆਂ ਹੋਣਗੀਆਂ ਤੇ ਇਹਦੇ ਇਲਾਵਾ ਪਲਾਸਟਿਕ ਦੀਆਂ ਬੋਤਲਾਂ ਵਾਲਾ ਪਾਣੀ, ਸਬਜ਼ੀ ਪਾਉਣ ਲਈ ਵਰਤੇ ਜਾਂਦੇ ਲਿਫਾਫੇ, ਵੇਰਕਾ, ਅਮੂਲ ਤੇ ਦੂਜੀ ਕੰਪਨੀਆਂ ਦੇ ਦੁੱਧ ਪੈਕਟਾਂ ਸਮੇਤ ਰੋਜ਼ਮर्रा ਦੀ ਜ਼ਿੰਦਗੀ 'ਚੋਂ ਜੋ ਸਮਾਨ ਸਿੰਗਲ ਯੂਜ਼ ਪਲਾਸਟਿਕ ਦੇ ਵਿੱਚ ਪਾ ਕੇ ਵੇਚਿਆ ਜਾ ਰਿਹਾ ਉਸ ਤੇ ਪਾਬੰਦੀ ਹੋਵੇਗੀ। ਸੋ ਇਸ ਬਾਬਤ ਨਾਲ ਅਸੀਂ ਆਮ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹਦੇ ਨਾਲ ਹੀ ਜਿਹੜੇ ਸਨਅਤਕਾਰਾਂ ਉਹਦੇ ਨਾਲ ਵੀ ਅਸੀਂ ਗੱਲ ਕਰਾਂਗੇ। ਤਾਂ ਤੁਹਾਨੂੰ ਦੱਸ ਦਈਏ कि इसनू लेकर सनअतकारां वालों पहले ही अपना जिहड़ा रोष जताया जा चुका है। सो असीं गल करदे हां कि कुछ आम लोगों का कहना इस बारे। सो असीं सब्जी मंडी दे विच खड़े हैं तो दुकानदार है जिहड़ा दिनेश साडे नाल जुड़ चुके हैं। दिनेश जिहड़ा एक बैन लग्या है सिंगल यूज़ प्लास्टिक का, की कहना दे बारे? कहना मैडम ये है कि जैसे मान लो ग्राहक कस्टमर जो भी आते हैं थैले अपने लेके आ रहे हैं उसमें डाल के दे रहे हैं, अन्यथा जो कागज़ वाले लिफाफे हैं उनके साथ बढ़ता जा रहा है। और बाकी जो बड़े और जो ज़्यादा सामान जा रहे हैं वो बड़े वाले थैले में जा रहे हैं जी। और इससे प्लास्टिक बंद होने से बहुत बड़ा प्रभाव है जी। अगर प्लास्टिक बंद हो जाए फिर भी अच्छा है, अगर चल रहा है फिर भी अच्छा ही है एक हिसाब से, क्योंकि लिफाफे के बगैर कोई काम नहीं है। और वैसे सही पूछा जाए तो लिफाफा कंपनी बंद हो जाएगी तो आगे लिफाफा मिलेगा ही नहीं, लोग की बरतेंगे ही नहीं। ਤੁਸੀਂ किस तरह दे रहे हो सामान? तुसी भी पॉलीथीन यूज़ कर रहे हो? नहीं, वो मैं तो कागज़ वाले लिफाफे बरतता हूँ जी। जैसे कि 1-2 किलो की सब्जी उसमें आ जाती है और जो जड़ा ज़्यादा पाना पैंदा है वो थैले बिच जाते हैं जी, यानी जो बोरे में या कट्टे में ऐसे पैक करते हैं जी। तो मंडी ਦੇ ਵਿੱਚ ਕੁਝ ਲੋਕ ਆ ਜਿਹੜੇ ਸਬਜ਼ੀ ਲੈਣ ਵੀ ਆਏ ਹੋਏ ਨੇ। ਸਾਡੇ ਨਾਲ ਦਲਵੀਰ ਜੁੜ ਚੁੱਕੇ ਨੇ। ਦਲਵੀਰ ਜੀ, ਜਿਹੜਾ ਇੱਕ ਪਾਬੰਦੀ ਜਿਹੜੀ ਲਾਈ ਹੈ ਸਿੰਗਲ ਯੂਜ਼ ਪਲਾਸਟਿਕ ਤੇ, ਕੀ ਕਹਿਣਾ ਦੇ ਬਾਰੇ? ਬਹੁਤ ਚੰਗੀ ਚੀਜ਼ ਹੈ ਜੀ। ਇਹ ਸਿੰਗਲ ਪਲਾਸਟਿਕ ਬਹੁਤ ਮਾੜੀ ਚੀਜ਼ ਹੈ ਆਪ ਇਨਸਾਨਾਂ ਲਈ ਵੀ ਤੇ ਜਾਨਵਰਾਂ ਲਈ ਵੀ। ਬਿਲਕੁਲ ਨਹੀਂ ਹੋਣੀ ਚਾਹੀਦੀ ਆਪਣੀ ਸਿੰਗਲ ਯੂਜ਼ ਪਲਾਸਟਿਕ। ਕੋਈ ਨਾ ਕੋਈ ਹੋਰ ਚੀਜ਼ ਆਪਾਂ ਨੂੰ ਗਵਰਨਮੈਂਟ ਨੂੰ ਨਵਾਂ ਆਈਟਮ ਵਗੈਰਾ ਬਣਾਉਣਾ ਚਾਹੀਦਾ ਹੈਗਾ ਜਿਹੜਾ ਸਿੰਗਲ ਯੂਜ਼ ਪਲਾਸਟਿਕ ਨਾ ਕੀਤਾ ਜਾਵੇ। ਨਵੀਆਂ ਚੀਜ਼ਾਂ ਆ ਰਹੀਆਂ ਹੈਗੀਆਂ ਮਾਰਕੀਟ ਦੇ ਵਿੱਚ ਜਿਹੜੀ ਸਟਾਰਚ ਦੇ ਵਿੱਚੋਂ ਨਾ ਪਲਾਸਟਿਕ ਬਣਾਇਆ ਜਾਂਦਾ ਹੈਗਾ ਉਹ ਵੀ ਕਲੀਅਰ ਹੁੰਦਾ ਹੈਗਾ, ਬਟ ਲੇਕਿਨ ਉਹ ਨੈਚੁਰਲ ਪ੍ਰੋਡਕਟ ਹੈ, ਉਹ ਡਿਕੇ ਜਲਦੀ ਹੋ ਜਾਂਦਾ ਹੈਗਾ। ਤਾਂ ਜਿਹੜੀ ਸਿੰਗਲ ਯੂਜ਼ ਪਲਾਸਟਿਕ ਹੈ ਇਹ ਆਪਣੇ ਇਨਵਾਇਰਨਮੈਂਟ ਲਈ, ਆਪਣੇ ਲੋਕਾਂ ਲਈ ਤੇ ਆਪਣੇ ਜਾਨਵਰਾਂ ਲਈ ਬਿਲਕੁਲ ਮਾੜੀ ਚੀਜ਼ ਹੈ। ਹੋਣਾ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ, ਬਿਲਕੁਲ ਬੰਦ ਕਰਨਾ ਚਾਹੀਦਾ ਇਹ। ਕਈ ਇਸ ਤਰ੍ਹਾਂ ਵੀ ਦੇਖਿਆ ਜਾ ਰਿਹਾ ਵੀ ਉਹ ਕਹਿ ਰਹੇ ਨੇ ਕਿ ਇਹਦਾ ਬਦਲ ਵੀ ਹੋਣਾ ਚਾਹੀਦਾ ਕੁਛ ਨਾ ਕੁਛ, ਕਿਉਂਕਿ ਪਰੇਸ਼ਾਨੀ ਵੀ ਆ ਰਹੀ ਹੈ। ਪਰੇਸ਼ਾਨੀ ਦੇਖੋ, ਪਰੇਸ਼ਾਨੀ ਤਾਂ ਪਹਿਲਾਂ ਲੱਗਦੀ ਹੈਗੀ ਹੈ, ਲੇਕਿਨ ਬੰਦਾ ਆਪਣਾ ਥੈਲਾ ਲੈ ਕੇ ਜਾ ਸਕਦਾ ਹੈਗਾ। ਸੋ ਵਾਈ ਕਿਉਂ ਆਪਾਂ ਪਲਾਸਟਿਕ ਇਸਤੇਮਾਲ ਕਰਦੇ ਹੈਗੇ ਆ? ਆਪਾਂ ਦੇਖਿਆ ਕਿੰਨਾ ਇਨਵਾਇਰਨਮੈਂਟ ਵਿੱਚ ਇਹਦਾ ਨੁਕਸਾਨ ਹੋ ਰਿਹਾ ਹੈਗਾ। ਤੁਸੀਂ ਸਮੁੰਦਰਾਂ ਵਿੱਚ ਜਾਓ, ਪਲਾਸਟਿਕ ਸਾਰੇ ਪਾਸੇ ਆ। ਇਨਫੈਕਟ ਹੁਣ ਇਹ ਵੀ ਗਵਰਨਮੈਂਟ ਕਹਿੰਦੀ ਹੈਗੀ ਵੀ ਜਿਹੜੇ ਇਨਸਾਨ ਹੈ ਉਹਦੇ ਖੂਨਾਂ ਵਿੱਚ ਪਲਾਸਟਿਕ ਆ ਗਿਆ ਹੈਗਾ। ਸੋ ਇਹ ਤਾਂ ਆਪਾਂ ਨੂੰ ਪਾਬੰਦੀ ਲਾਉਣੀ ਚਾਹੀਦੀ ਹੈ। ਆਪਾਂ ਨੂੰ ਪਬਲਿਕ ਨੂੰ ਚਾਹੀਦਾ ਆਪਾਂ ਨਾ ਇਹਨੂੰ ਇਸਤੇਮਾਲ ਕਰੀਏ ਤੇ ਇਹਦੇ ਨਾ ਆਪਣੇ ਥੈਲੇ ਲੈ ਕੇ ਜਾਓ ਤੇ ਕਰੋ। ਸੋ ਔਰ ਵੀ ਸਾਡੇ ਨਾਲ ਜੁੜ ਚੁੱਕੇ ਨੇ। ਭਾਜੀ, ਜਿਹੜਾ ਫੈਸਲਾ ਆਇਆ ਪਾਬੰਦੀ ਲੱਗੇ ਸਿੰਗਲ ਯੂਜ਼ ਪਲਾਸਟਿਕ ਤੇ, ਕੀ ਕਹਿਣਾ ਦੇ ਬਾਰੇ? ਉਹਦੇ ਬਾਰੇ ਕੀ ਨਾਂ ਕੀ ਹੈ ਭਾਜੀ ਤੁਹਾਡਾ? ਮਨਜੀਤ ਸਿੰਘ। ਮਨਜੀਤ ਜੀ, ਕੀ ਕਹਿਣਾ ਹੈ ਜਿਹੜਾ ਇਹ ਸਿੰਗਲ ਯੂਜ਼ ਪਲਾਸਟਿਕ ਦਾ ਬੈਨ ਲੱਗਿਆ? ਆਪਾਂ ਆਮ ਤੌਰ ਤੇ ਦੇਖਦੇ ਵੀ ਆਂਦੇ ਅਸੀਂ ਥੈਲੇ ਪਲਾਸਟਿਕ ਵੀ ਜਿਹੜੇ ਲੋਕ ਥੈਲੇ ਨਹੀਂ ਲੈ ਕੇ ਆਂਦੇ ਤਾਂ ਜਿਹੜੇ ਪੋਲੀਥੀਨ ਦੇ ਜਿਹੜੇ ਲਿਫਾਫੇ ਵਗੈਰਾ ਆਮ ਵਿਕ ਰਹੇ, ਕੀ ਕਹਿਣਾ? ਇਹ ਤਾਂ ਵੈਸੇ ਤਾਂ ਬੈਨ ਹੀ ਹੋਣੇ ਚਾਹੀਦੇ ਆ, ਪਰ ਇਹਦੇ ਵਾਸਤੇ ਮਤਲਬ ਇਹ ਕਿ ਇਹਨੂੰ ਬੈਨ ਕਰਕੇ ਤੇ ਕੈਰੀ ਬੈਗ ਤਾਂ ਫਿਰ ਹੋਣੇ ਹੀ ਚਾਹੀਦੇ ਨਾ। ਜਿੱਦਾਂ ਹਿਮਾਚਲ 'ਚ ਵੇਖਿਆ ਮੈਂ, ਟੋਟਲੀ ਬੈਨ ਹੈ ਪੋਲੀਥੀਨ ਉੱਥੇ ਨਾ, ਪਲਾਸਟਿਕ, ਤੇ ਇੱਥੇ ਤਾਂ ਸਾਰੇ ਆਮ ਹੀ ਹੈ। ਸੋ ਲੋਕਾਂ ਦਾ ਵੀ ਜੇ ਅਸੀਂ ਗੱਲ ਕੀਤੀ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਇਹ ਜਿਹੜਾ ਬੈਨ ਹੈ ਉਹ ਠੀਕ ਕੀਤਾ ਹੈ, ਕਿਉਂਕਿ ਲਗਾਤਾਰ ਪੋਲੀਥੀਨ ਦੀ ਵਰਤੋਂ ਖਰਾਬ ਕਰਦੀ ਹੈ ਸਿਹਤ ਨੂੰ। ਤਾਂ ਸਮਰਥਨ ਵੀ ਕੀਤਾ ਜਾ ਰਿਹਾ ਨਾ ਕਿਤੇ ਕਿਤੇ। ਤਾਂ ਅਸੀਂ ਸਨਅਤਕਾਰਾਂ ਨਾਲ ਵੀ ਕੁਝ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਸਾਡੇ ਨਾਲ ਆਸ਼ੀਸ਼ ਹੈ ਜਿਹੜੇ ਜੁੜ ਚੁੱਕੇ ਨੇ। ਆਸ਼ੀਸ਼, ਜਿਹੜਾ ਇੱਕ ਬੈਨ ਕੀਤਾ ਗਿਆ ਇਸ ਤੋਂ ਲੈ ਕੇ ਕੀ ਕਹਿਣਾ ਤੁਹਾਡਾ?
देखो जी, बैन को लेके ठीक है, प्रशासन ने बैन किया है, हम प्रशासन के साथ हैं। कोई कारण है, कोई एजेंडा है, तभी प्रशासन ने बैन किया है। ऐसे कोई एकदम से मुंह उठा के तो बैन नहीं किया गया है। लेकिन हमारा कहना यही है कि इसको लार्ज स्केल पे बैन करो। बैन करना है तो मैन्युफैक्चरिंग लेवल पे बैन करो, रादर दैन कि बंदा पॉलीथीन में अगर कुछ लेके जा रहा है तो उसके पास जाके चालान करो। अगर आप मैन्युफैक्चरिंग लेवल पे ही उसको बनने नहीं दोगे तो वो जाएगा ही नहीं। अब एक बंदे के पास तो तभी आ रहा है ना जब कोई बना रहा है, तो फिर वो पूरी चेन बन जाती है। पहले बनेगा, फिर उसकी ट्रेडिंग होगी, फिर उसकी रिटेलिंग होगी, फिर वो यूजेज में आएगा। तो वो यूसेज में ही नहीं आएगा जब वो मैन्युफैक्चर ही नहीं होगा। ना ही इतने एफर्ट्स डालने पड़ेंगे प्रशासन को भी। अब एफर्ट ज़्यादा लगते हैं, 130 करोड़ लोगों को जा के बोलना, रादर देन कि कुछ हज़ार फैक्ट्रीज़ हैं। फैक्ट्रीज तो क्या पता हज़ारों में भी ना हो, हंड्रेड्स में हो। तो कुछ फैक्ट्रीज़ को ही रोकना प्रशासन के लिए ज़्यादा आसान है, रादर दान की एक लोगों को जाके बताना। एक मुहिम है, ठीक है, हम उसके साथ हैं, मुहिम चलती रहनी चाहिए, तभी लोगों को पता लगेगा कि ऐसा क्यों हो रहा है। अवेयरनेस तो तभी आएगी लोगों को। तो ठीक है, हम प्रशासन के साथ है इस मूव में, लेकिन प्रशासन को अभी टाइम देना पड़ेगा, ऑल्टरनेटिव्स सुझाने पड़ेंगे और मैन्युफैक्चरिंग लेवल पे काम करना पड़ेगा। नहीं तो तब तक ये इफेक्ट नहीं हो सकता ये बैन। ਅਸੀਂ ਇਹ ਵੀ ਗੱਲ ਸਾਹਮਣੇ ਆ ਰਹੀ ਕਿ ਕੁਝ ਲੋਕਾਂ ਕੋਲ ਸਨਅਤਕਾਰ ਜਿਹੜੇ ਹੈਗੇ ਆ, ਉਹਨਾਂ ਕੋਲ ਲੱਖਾਂ ਦਾ ਸਮਾਨ, ਹਜ਼ਾਰਾਂ ਦਾ ਸਮਾਨ ਪਿਆ ਹੈ। ਕੀ ਕੁਝ ਉਹਨਾਂ ਦਾ ਵੀ ਨੁਕਸਾਨ ਹੈ ਕਿਉਂਕਿ ਰੋਸ ਜਤਾ ਰਹੇ ਨੇ? ਕੀ ਕੁਝ ਕਹਿਣਾ ਇਹਦੇ ਬਾਰੇ? देखो, नुकसान तो नुकसान है इन दी एंड, क्योंकि जब बन रहा है लोग खरीद रहे हैं, इसलिए एक ट्रेडर, एक रिटेलर अपने पास स्टॉक करता है। तो नुकसान है, उसको निकालने के लिए सरकार को टाइम तो देना ही चाहिए। तो वही है, फिर से बात वही आती है, मैन्युफैक्चरिंग रोक देंगे तो जो पड़ा है वो ख़त्म हो जाएगा, फिर उसके बाद वो भी नहीं खरीदेगा, तो वो नुकसान भी होने से बच सकता है। तो ਤੁਹਾਡੇ ਕੋਲ ਕਿਹੜਾ ਕਿਹੜਾ ਸਮਾਨ ਹੈਗਾ ਇਸ ਵੇਲੇ ਤੇ ਕਿੰਨੇ ਦਾ ਸਮਾਨ ਪਿਆ ਤੁਹਾਡੇ ਕੋਲ? ਕਿੰਨਾ ਸਟਾਕ ਪਿਆ? साढ़े कोल तो मेन तो बायोडिग्रेडेबल, एक्चुअली क्या है, सरकार ने ये मुहिम तो पहले से ही चलाई हुई थी, तो हमें अवेयरनेस तो है, तो इसीलिए हम शिफ्ट कर चुके हैं बायोडिग्रेडेबल पे। पेपर बायोडिग्रेडेबल प्रोडक्ट्स जैसे कि पेपर प्रोडक्ट्स, शुगर, डिस्पोजेबल कटलरी मेड अप ऑफ शुगर केन पल्प, तो हम ऑलरेडी वही सेल कर रहे हैं। तो ऑन अ लार्ज स्केल हमारे पास इस टाइम बायोडिग्रेडेबल प्रोडक्ट्स ही हैं, प्लास्टिक का तो बहुत कम है। मतलब हम धीरे धीरे समझ चुके हैं, तो लोग भी समझ जाएंगे। हाँ जी। ਕੀ ਅਲਟਰਨੇਟ ਤੁਸੀਂ ਕੀ ਵੇਖਦੇ ਹੋ? ਕੀ ਕੁਝ ਅਲਟਰਨੇਟ ਹੋਣਾ ਚਾਹੀਦਾ ਇਹਦਾ? ਕਿਉਂਕਿ ਇੱਕ ਪੂਰਾ ਪ੍ਰੋਪਰ ਇੱਕ ਚੇਨ ਹੈ ਜਿਹੜੀ ਚੱਲ ਰਹੀ ਹੈ, ਬੰਦਾ ਆ ਰਿਹਾ ਮਾਰਕੀਟ ਦੇ ਵਿੱਚ ਵਿਕ ਰਿਹਾ ਹੈ। ਕਿਸ ਤਰ੍ਹਾਂ ਵੇਖਦੇ ਹੋ? ਕੀ ਅਲਟਰਨੇਟ ਹੋਣਾ ਚਾਹੀਦਾ? ऑल्टरनेट तो बायोडिग्रेडेबल ही है, जो कि अभी मैन्युफैक्चरिंग लेवल पे सरकार ने इतना कुछ नहीं किया था, तो इसलिए ऑल्टरनेट वो अपने आप ढूंढ लेते हैं। मैन्युफैक्चरर्स जिनके पास बड़ी बड़ी मशीनें हैं वो तो ऑल्टरनेट अपने आप ढूंढ ही लेंगी। बाकी इसके अलावा बाजार में अवेलेबल है पेपर प्रोडक्ट्स, बायोडिग्रेडेबल प्रोडक्ट्स, कंपोस्टेबल कैरी बैग्स, तो ऑल्टरनेटिव्स भी अवेलेबल भी हैं और कुछ और भी आ जाएंगे जब इसकी एनफोर्समेंट लार्ज स्केल पे हो जाएगी। ਮਤਲਬ ਕਹਿੰਦਾ ਹੈ ਕਿ ਤੁਹਾਡਾ ਤੁਸੀਂ ਸਵਾਗਤ ਤਾਂ ਕਰਦੇ ਹੋ ਪਰ ਆਲਟਰਨੇਟ ਵੀ ਤੁਸੀਂ ਕਹਿੰਦੇ ਹੋ ਵੀ ਇਹ ਵੀ ਹੋਣੇ ਚਾਹੀਦੇ। होने चाहिए, उसके बिना तो गुजारा नहीं है लोगों का, तभी ये चीज़ें हर रोज़ाना यूसेज में आई हैं लोगों की। ਸੋ ਸਾਡੇ ਨਾਲ ਪਵਨ ਗਰਗ ਵੀ ਮੌਜੂਦ ਹੈ ਗੱਲਬਾਤ ਲਈ, ਕਿਉਂਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੇ ਜਿਹੜਾ ਬੈਨ ਲੱਗਣਾ ਸੀਗਾ, ਇਸ ਤੋਂ ਪਹਿਲਾਂ ਹੀ ਕੁਝ ਲੋਕਾਂ ਨੇ ਜਿਹੜਾ ਦੂਜਾ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਵਿਖਾ ਰਹੇ ਨੇ, ਉਹ ਸਮਾਨ ਜਿਹੜਾ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਤੇ ਗੱਲਬਾਤ ਕਰਾਂਗੇ ਕੀ ਕੁਝ ਜਿਹੜਾ ਹੈਗਾ ਤੁਸੀਂ ਵਰਤੋਂ। हमने तो जी ये जो सा बायोडिग्रेडेबल में आ गया, कुछ गन्ने के प्रोडक्ट आ गए हैं, पेपर प्रोडक्ट आ गया है, उसके अंदर हमने बेचना शुरू कर दिया जी। जैसे जैसे मार्केट में आता जा रहा है तो हम इसको चेंज करते जा रहे हैं। हमारी कोशिश ये है कि प्लास्टिक को बिल्कुल बंद करके और दूसरी जो भी आइटम आती है जो ये मतलब जो गल जाए, चाहे वो पेपर में है या गन्ने में, जिसमें भी है, तो उसमें बेच रहे हैं हम तो उसमें आ गए हैं। तो ये ਜਿਹੜੇ ਸਸਤੇ ਪੈਂਦੇ ਨੇ ਉਹ ਤੋਂ ਜਾਂ ਕਿਸ ਤਰ੍ਹਾਂ ਕੀ थोड़े महंगे पड़ते हैं जी। ਕਿੰਨਾ ਕੁਝ ਰੇਟ ਇਹਦਾ ਜ਼ਿਆਦਾ इसका रेट तो जी डबल के आसपास पड़ता है प्लास्टिक से। दूसरा पेपर का बेचते हैं जो सस्ता पड़ता है, लेकिन वो थोड़ा हल्का होता है। ज़्यादा हमारी कोशिश यही है कि हम प्लास्टिक को बिल्कुल छोड़ दें, क्योंकि अब जब सरकार ने इसको बंद कर दिया और इसके पर्यावरण के अंदर नुकसान है, तो पर्यावरण को नुकसान हम नहीं चाहते कि पर्यावरण को नुकसान पहुँचे, क्योंकि ये तो कोई भी नहीं चाहेगा कि हमारे किसी भी शरीर को किसी भी तरह का नुकसान पहुँचे। तो हमारी कोशिश है कि हम इसको जल्दी से जल्दी इसको जो भी प्लास्टिक का सामान है उसको बिल्कुल बंद किया जाए। ये फैक्ट्री
और ये फैक्ट्री लेवल पे बंद होना चाहिए जी, क्योंकि जब तक ये फैक्ट्री लेवल पे बंद नहीं होता तब तक मार्केट में आता रहेगा और दिक्कतें आती रहेगी। जब सरकार इसको फैक्ट्री लेवल पे बंद कर देगी तो मार्केट में आएगा नहीं तो बिकेगा कहाँ से जी। ਤੁਹਾਨੂੰ ਲੱਗਦਾ ਵੀ ਜਿਹੜਾ ਇਹ ਸਮਾਨ ਹੈਗਾ ਉਹ ਪੂਰਾ ਇੱਕ ਰਿਪਲੇਸ ਕਰ ਦੂਗਾ ਪਲਾਸਟਿਕ ਨੂੰ? कर देगा जी, धीरे धीरे करेगा, थोड़ा टाइम लगेगा, टाइम तो लगेगा लेकिन हो जाएगा। ਕਿੰਨਾ ਜਿਹੜਾ ਬੋਝ ਹੈ ਜਿਹੜਾ ਸਨਅਤਕਾਰਾਂ ਤੇ ਪਏਗਾ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਇਹ ਬਹੁਤ ਮਹਿੰਗਾ ਪੈਂਦਾ ਹੈ ਤੁਹਾਨੂੰ? महंगा तो जी डबल रेट पड़ता है ये, लेकिन धीरे धीरे जब इसकी सेल ज़्यादा होगी तो इसकी भी कॉस्टिंग कम आनी शुरू हो जाएगी, तो ऑटोमेटिकली अपने आप ही मतलब उस पर लेवल पे आ जाएगा। अभी इसकी सेल कम है तो कम होने की वजह से ये महंगा है। ਸੋ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਕਿ ਸਿੰਗਲ ਯੂਜ਼ ਪਲਾਸਟਿਕ ਤੇ ਪੂਰਨ ਤੌਰ ਤੇ ਅੱਜ ਤੋਂ ਜਿਹੜਾ ਬੈਨ ਲੱਗ ਚੁੱਕਿਆ ਹੈ ਤੇ ਆਮ ਲੋਕਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਜਿੱਥੇ ਆਮ ਲੋਕ ਇਹ ਕਹਿੰਦੇ ਨਜ਼ਰ ਆਏ ਕਿ ਜਿਹੜੀ ਸਿੰਗਲ ਯੂਜ਼ ਪਲਾਸਟਿਕ ਤੇ ਪੂਰਨ ਤੌਰ ਤੇ ਬੈਨ ਹੋਣਾ ਚਾਹੀਦਾ ਹੈ, ਅਵੇਅਰ ਵੀ ਦੇਖੀਏ ਤਾਂ ਕੁਝ ਲੋਕ ਅਵੇਅਰ ਨਹੀਂ ਸੀ, ਜਿਨ੍ਹਾਂ ਵੱਲੋਂ ਲਗਾਤਾਰ ਪਲਾਸਟਿਕ ਦੇ ਲਿਫਾਫਾ ਤੇ ਹੀ ਸਮਾਨ ਲਿਜਾਇਆ ਜਾ ਰਿਹਾ ਸੀ। ਦੂਜੇ ਪਾਸੇ ਦੁਕਾਨਦਾਰ ਵੀ ਸਮਾਨ ਜਿਹੜਾ ਦੇਂਦੇ ਨਜ਼ਰ ਆਏ, ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਉਦਯੋਗ ਸਨਅਤਕਾਰ ਸੀਗੇ, ਉਹਨਾਂ ਨੇ ਇਹੀ ਕਿਹਾ ਕਿ ਇਸ ਨੂੰ ਲੈ ਕੇ ਇਹ ਬੈਨ ਜਿਹੜਾ ਕੀਤਾ ਉਹ ਠੀਕ ਹੈ, ਪਰ ਦੂਜੇ ਪਾਸੇ ਸਰਕਾਰ ਨੂੰ ਇਸ ਲਈ ਕੋਈ ਆਲਟਰਨੇਟ ਜ਼ਰੂਰ ਰੱਖਣਾ ਚਾਹੀਦਾ ਹੈ। ਤੇ ਇਹ ਵੀ ਮੰਗ ਉੱਠੀ ਕਿ ਜਿੱਥੇ ਮੈਨੂਫੈਕਚਰਿੰਗ ਹੁੰਦੀ ਹੈ ਉੱਥੇ ਹੀ ਜੇ ਮਤਲਬ ਇਸ ਤੋਂ ਬੰਦ ਕਰ ਦਿੱਤਾ ਜਾਵੇ ਤਾਂ ਇਹਦਾ ਸਰਕਲ ਔਰ ਨਾ ਵਧੇ। ਸੋ ਬਾਇਓਡੀਗ੍ਰੇਡੇਬਲ ਪ੍ਰੋਡਕਟਸ, ਪੇਪਰ ਦਾ ਜਿਹੜੇ ਪੇਪਰ ਹੋਵੇ, ਲਿਫਾਫੇ ਹੋਵੇ, ਕੁਝ ਜਿਹੜੇ ਉਦਯੋਗਪਤੀ ਹੈ, ਜਿਹੜੇ ਸਨਅਤਕਾਰ ਹੈ, ਉਹ ਵੀ ਇਹਦੀ ਵਰਤੋਂ ਕਰਦੇ ਨਜ਼ਰ ਆਏ। ਪਰ ਮੰਗ ਜਿਹੜੀ ਇਹੀ ਉੱਠੀ ਸੀਗੀ ਕਿ ਸਰਕਾਰ ਦਾ ਜਿਹੜਾ ਚੰਗਾ ਫੈਸਲਾ ਹੈਗਾ, ਪਰ ਇਹਦਾ ਇਸ ਦੇ ਲਈ ਕੋਈ ਆਲਟਰਨੇਟ ਵੀ ਜ਼ਰੂਰ ਹੋਣਾ ਚਾਹੀਦਾ ਹੈ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਮੈਂ ਹਾਂ ਤੁਹਾਡੇ ਨਾਲ ਲਲਿਤਾ ਜਾਮਲ, ਸੁਰਿੰਦਰਪਾਲ ਦੇ ਨਾਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।